वीओ फेथ चर्च ਦੇ ਆਏ ਹੋਏ ਬਹੁਤ ਵੱਡੇ ਪਰਿਵਾਰ ਨੂੰ ਪਾਸਟਰ ਗੁਰਚੰਦ ਸਿੰਘ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਜੀ ਜੈ ਮਸੀਹ ਦੀ ਪ੍ਰਵਾਨ ਕਰਨਾ ਜੀ। ਅੱਜ ਅਸੀਂ ਕੁਝ ਗੱਲਾਂ ਕਰਾਂਗੇ ਜਿਹੜੀਆਂ ਕੜਵੀਆਂ ਤਾਂ ਲੱਗਣਗੀਆਂ। ਕੀ ਲੱਗਣਗੀਆਂ? ਕੜਵੀਆਂ ਲੱਗਣਗੀਆਂ। ਜੇ ਨਾ ਕੀਤੀਆਂ ਤਾਂ ਫਿਰ ਅਸੀਂ ਕੁਰਾਹੇ ਪੈ ਜਾਵਾਂਗੇ। ਜੇ ਨਾ ਕੀਤੀਆਂ ਤਾਂ ਫਿਰ ਅਸੀਂ ਕੁਰਾਹੇ ਪੈ ਜਾਵਾਂਗੇ। ਤੁਹਾਨੂੰ ਕੀ ਲੱਗਦਾ ਵੀ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਕਰਨੀਆਂ ਚਾਹੀਦੀਆਂ? ਕਿਉਂਕਿ ਜਿਹੜੀ ਚੀਜ਼ ਕੜਵੀ ਲੱਗਦੀ ਹੁੰਦੀ ਆ ਉਹਦੇ ਪਿੱਛੇ ਬਹੁਤ ਵੱਡਾ ਫਾਇਦਾ ਹੁੰਦਾ ਹੈ। ਜਿਹੜੀ ਚੀਜ਼ ਸਾਨੂੰ ਇੱਕ ਵਾਰੀ ਟੇਸਟ ਜਿਹਦਾ ਖਰਾਬ ਲੱਗੇ ਨਾ, ਲੇਕਿਨ ਉਹਦੇ ਫਾਇਦੇ ਗਿਣੋਗੇ ਤਾਂ ਉਹਦੇ ਫਾਇਦੇ ਅੰਤਾਂ ਦੇ ਫਾਇਦੇ ਹੁੰਦੇ ਨੇ। ਅੱਜ ਵੀ ਵਚਨ ਸੇਮ ਇਸੇ ਤਰ੍ਹਾਂ। ਹਾਲੇਲੂਇਆ। ਅੱਜ ਜਦੋਂ ਮੈਂ ਪ੍ਰੇਅਰ ਦੇ ਵਿੱਚ ਬੈਠਾ ਸੀ, ਪਰਮੇਸ਼ਰ ਜੀ ਨੇ ਮੈਨੂੰ ਕਿਹਾ ਅੱਜ ਉਹਨਾਂ ਦੀ ਕਲਾਸ ਲੱਗ ਜਾਵੇ ਜਿਹੜੇ ਹੰਕਾਰੀ ਤੇ ਘਮੰਡੀ ਨੇ। ਕੀ ਨੇ? ਹੰਕਾਰੀ ਤੇ ਘਮੰਡੀ ਨੇ। ਆਮ ਲੋਕਾਂ ਦੀ ਗੱਲ ਨਹੀਂ ਕਰਦਾ, ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਯਿਸੂ ਮਸੀਹ ਦੇ ਵਿੱਚ ਰਹਿ ਕੇ ਵੀ ਘਮੰਡ ਨਹੀਂ ਛੱਡਦੇ, ਜਿਹੜੇ ਯਿਸੂ ਮਸੀਹ ਦੇ ਵਿੱਚ ਰਹਿ ਕੇ ਵੀ ਦੋਸ਼ ਲਗਾਉਣਾ ਨਹੀਂ ਛੱਡਦੇ, ਜਿਹੜੇ ਯਿਸੂ ਮਸੀਹ ਦੇ ਵਿੱਚ ਰਹਿ ਕੇ ਵੀ ਇੱਕ ਦੂਜੇ ਵੱਲ ਉਂਗਲੀਆਂ ਕਰਨਾ ਨਹੀਂ ਛੱਡਦੇ। ਹਾਲੇਲੂਇਆ। ਵਚਨ ਅੱਜ ਦਾ ਜਿਹੜਾ ਵਚਨ ਹੈ, ਜਿੰਨੇ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਨੇ, ਜਾਣਦੇ ਨੇ, ਚਾਹੇ ਉਹ ਕਲੀਸਿਆ, ਚਾਹੇ ਉਹ ਪਾਸਟਰ ਹੈ, ਚਾਹੇ ਉਹ ਵਰਸ਼ਿਪਰ ਹੈ, ਜ਼ਿਆਦਾ ਘਮੰਡੀ ਉਹੀ ਹੁੰਦੇ ਨੇ ਜਿਹੜੇ ਪਰਮੇਸ਼ਰ ਨੂੰ ਥੋੜਾ ਜਿਹਾ ਜ਼ਿਆਦਾ ਜਾਣ ਲੈਂਦੇ ਨੇ। ਅੱਜ ਮੈਂ ਉਹਨਾਂ ਦੀ ਕਿਤਾਬ ਖੋਲਣ ਲੱਗਿਆ। ਕਿਸੇ ਨੂੰ ਗੁੱਸਾ ਲੱਗੇਗਾ ਤਾਂ ਲੱਗੀ ਜਾਣ ਦੋ, ਪਰ ਹਾਂ ਜਿਹਨੂੰ ਗੁੱਸਾ ਲੱਗਿਆ ਉਹਦੀ ਜ਼ਿੰਦਗੀ ਜ਼ਰੂਰ ਬਚ ਜਾਣੀ ਹੈ। ਕਿਉਂ? ਉਹਦੇ ਵਿੱਚੋਂ ਘਮੰਡ ਖਤਮ ਹੋ ਜਾਣਾ। ਹਾਲੇਲੂਇਆ। ਔਰ ਅਸੀਂ ਨੇ ਤਾਂ ਉਹਨਾਂ ਦੇ ਵਿੱਚੋਂ ਘਮੰਡ ਖਤਮ ਕਰਨਾ ਹੈ ਜਿਹੜੇ ਅੱਜ ਯਿਸੂ ਮਸੀਹ ਨੂੰ ਵੀ ਜਾਣਦੇ ਨੇ ਤੇ ਲੋਕਾਂ ਦੇ ਵਿੱਚ ਕਹਿੰਦੇ ਨੇ ਮੈਂ ਧਰਮ ਦਾ ਠੇਕੇਦਾਰ। ਜਿਹੜੇ ਕਹਿੰਦੇ ਨੇ ਮੈਂ ਧਰਮ ਦਾ, ਚਾਹੇ ਉਹ ਵਰਸ਼ਿਪਰ ਨੇ, ਚਾਹੇ ਉਹ ਪਾਸਟਰ ਨੇ, ਚਾਹੇ ਸੰਗਤ ਹੈ। ਹਾਲੇਲੂਇਆ। ਵਚਨ ਪੜ੍ਹਦੇ ਬੇਟਾ। ਕਹੋਤਾਂ ਦੀ ਕਿਤਾਬ ਉਹਦੀ 18 ਤੇ ਉਹਦੀ 12 ਆਇਤ। ਹਾਲੇਲੂਇਆ। ਹਾਲੇਲੂਇਆ। ਨਾਸ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ। ਕੀ ਕਹੇ ਪਰਮੇਸ਼ਵਰ ਜੀ ਨੇ? ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਕੀ ਹੁੰਦਾ ਹੈ? ਹੰਕਾਰੀ। ਬੋਲੋ। ਫਿਰ ਸਾਨੂੰ ਹੰਕਾਰ ਕਰਨਾ ਚਾਹੀਦਾ ਹੈ। ਹੁਣ ਇੱਥੇ ਹਰੇਕ ਇਨਸਾਨ ਜਿਹੜਾ ਵਰਸ਼ਿਪਰ ਕਰਦਾ, ਮੰਨ ਲਓ ਇੱਕ ਵਰਸ਼ਿਪਰ ਹੈ, ਉਹਨੂੰ ਥੋੜੀ ਜੀ ਵਰਸ਼ਿਪ ਕਰਨੀ ਖੁਦਾ ਨੇ ਸਿਖਾ ਦਿੱਤੀ ਹੈ, ਪਰਮੇਸ਼ਰ ਨੇ ਸਿਖਾ ਦਿੱਤੀ ਹੈ। ਉਹ ਸਟੇਜ ਤੇ ਖੁਦਾ ਦੇ ਆਰਾਧਨਾ ਕਰ ਰਿਹਾ ਹੈ, ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਨਾਲ ਗੱਲਾਂ ਕਰਦਾ ਹੈ। ਕਿਉਂ? ਬਚਪਨ ਤੋਂ ਸਿੱਖ ਕੇ ਆਇਆ। ਜ਼ਬੂਰਾਂ ਦੀ ਕਿਤਾਬ ਦੇ ਵਿੱਚ 32:8 ਦੇ ਵਿੱਚ ਲਿਖਿਆ ਹੈ, ਕਹਿੰਦਾ ਜਿਹੜੇ ਰਾਸਤੇ ਉੱਤੇ ਤੈਂ ਚੱਲਣਾ ਮੈਂ ਤੈਨੂੰ ਉਹ ਰਾਸਤਾ ਸਿਖਾਉਂਦਾ ਰਹਿਣਾ ਹਾਂ। ਕੀ ਕਰਦਾ ਸਾਡਾ ਆਤਮਾ? ਪਰਮੇਸ਼ਰ ਜੀ ਕੀ ਕਰਦਾ ਸਾਡੇ ਨਾਲ? ਜਿਹੜੇ ਰਾਸਤੇ ਉੱਤੇ ਤੈਂ ਚੱਲਣਾ ਮੈਂ ਤੈਨੂੰ ਉਹ ਰਾਸਤਾ ਸਿਖਾਉਂਦਾ ਰਹਿਣਾ ਹਾਂ। ਜੇ ਸਾਨੂੰ ਉਹ ਰਾਸਤਾ ਆਰਾਧਨਾ ਕਰਨ ਦਾ ਪਰਮੇਸ਼ਰ ਨੇ ਸਿਖਾਇਆ ਸੀ ਤਾਂ ਫਿਰ ਸਾਡਾ ਘਮੰਡ ਕਿੱਥੇ ਹੈ? ਵਚਨ ਤਾਂ ਕਹਿੰਦਾ ਜੇ ਤੈਨੂੰ ਘਮੰਡ ਹੋਵੇ ਤਾਂ ਮੇਰੇ ਉੱਤੇ ਹੋਵੇ ਕਿ ਮੇਰੀ ਆਵਾਜ਼ ਯਿਸੂ ਸੁਣਦਾ। ਹਾਲੇਲੂਇਆ। ਹਾਲੇਲੂਇਆ। ਉਹ ਜੇ ਤੈਨੇ ਘਮੰਡ ਕਰਨਾ ਤਾਂ ਤੈਨੂੰ ਇਹ ਘਮੰਡ ਹੋਵੇ ਕਿ ਮੇਰੀ ਆਵਾਜ਼ ਨੂੰ ਯਿਸੂ ਮਸੀਹ ਸੁਣਦਾ ਹੈ। ਅੱਜ ਅਸੀਂ ਲੋਕਾਂ ਨੂੰ ਧਰਮੀ ਬਣ ਕੇ ਦਿਖਾਉਂਦੇ ਆ ਕਿ ਨਹੀਂ ਜੀ ਮੈਂ ਤਾਂ ਵਰਸ਼ਿਪਰ ਹਾਂ, ਮੇਰੀਆਂ ਤਾਂ 5-4 ਕੈਸਟਾਂ ਵੀ ਆ ਗਈਆਂ। ਉਹ ਯਾਦ ਕਰ ਤੂੰ ਕਿੱਥੋਂ ਡਿੱਗਿਆ ਸੀ। ਬਾਈਬਲ 'ਚ ਲਿਖਿਆ ਹੈ ਵਚਨ, ਕਹਿੰਦਾ ਚੇਤੇ ਕਰ ਤੂੰ ਕਿੱਥੋਂ ਡਿੱਗਿਆ ਸੀ, ਕਦੋਂ ਤੈਨੂੰ ਪਰਮੇਸ਼ਰ ਨੇ ਚੁਣਿਆ ਤੇ ਕਦੋਂ ਤੈਨੂੰ ਬਦਲਿਆ। ਜੇ ਤੈਨੂੰ ਪਰਮੇਸ਼ਰ ਨਾ ਚੁਣਦਾ ਫਿਰ ਤੇਰੀ ਜ਼ਿੰਦਗੀ 'ਚ ਹੰਕਾਰ ਹੁੰਦਾ? ਬਿਲਕੁਲ ਨਾ ਹੁੰਦਾ। ਫਿਰ ਕੰਮ ਦੁਨੀਆਵੀ ਹੋਣੇ ਸੀ।
ਹਾਲੇਲੂਇਆ। ਚਾਹੇ ਉਹ ਵਰਸ਼ਿਪਰ ਨੇ ਜਿਹੜੇ ਖੁਦਾ ਦੀ ਆਰਾਧਨਾ ਕਰਦੇ ਨੇ, ਅੱਜ ਮੈਂ ਕਹਿਣਾ ਉਹਨਾਂ ਨੂੰ ਵੀ ਆਪਣੇ ਦਿਲ ਦੇ ਵਿੱਚੋਂ ਘਮੰਡ ਕੱਢ ਦਿਓ ਕਿ ਮੈਨੂੰ ਜ਼ਿਆਦਾ ਪਤਾ ਹੈ ਵਰਸ਼ਿਪ ਕਰਾਉਣ ਦਾ, ਬਾਕੀ ਨੂੰ ਪਤਾ ਹੀ ਨਹੀਂ। ਜਿਹੜੇ ਕੁਝ ਪਾਸਟਰ ਵੀ ਨੇ ਜਿਹੜੇ ਕਹਿੰਦੇ ਨੇ ਜੀ ਵਚਨ ਸੁਣਾਉਣ ਦਾ ਮੈਨੂੰ ਪਤਾ, ਕਿਸੇ ਨੂੰ ਪਤਾ ਹੀ ਨਹੀਂ। ਫਿਰ ਕਲੀਸ਼ੀਆ ਵੀ ਆ ਜਾਂਦੀ ਹੈ। ਦੇਖੋ ਜੀ, ਸਭ ਤੋਂ ਵੱਧ ਤਾਂ ਮੇਰੀ ਪ੍ਰਾਰਥਨਾ ਕਿਸੇ ਨੂੰ ਕਰਨੀ ਨਹੀਂ ਆਉਂਦੀ। ਸਭ ਤੋਂ ਵੱਧ ਪ੍ਰਾਰਥਨਾ ਮੈਂ ਕਰਦਾ ਜੀ, ਮੈਂ ਸਭ ਤੋਂ ਵੱਧ। ਕੀ ਜੰਗ ਜਿੱਤ ਲਈ? ਸਾਰੀ ਰਾਤ ਤੂੰ ਜਾ ਕੇ ਪ੍ਰਾਰਥਨਾ ਕਰਦਾ, ਸਵੇਰੇ ਤੈਨੂੰ ਪਤਾ ਹੀ ਲੱਗਦਾ ਕਿ ਪਾਪ ਕੀ ਕਰਤਾ। ਫਿਰ ਉਹ ਪ੍ਰਾਰਥਨਾ ਦਾ ਮੁੱਲ ਮੁੜੋ, ਜ਼ਿੰਦਗੀ ਉਹੀ ਹੈ। ਫਿਰ ਸ਼ੈਤਾਨ ਹੰਕਾਰ ਕਿਦਾਂ ਦੇ ਕਰਾਉਂਦਾ ਪਤਾ? ਲੋ ਜੀ, ਮੈਂ ਇੱਕ ਵਾਰੀ ਮੈਂ ਕਫਾਲਾਂ ਤਾਂ ਮੈਂ ਤਾਂ ਛੱਡਦਾ ਹੀ ਨਹੀਂ। ਆਰਾਮ ਨਾਲ ਦੁਨੀਆ ਨੂੰ ਨੱਚਣ ਲਾ ਦਿੰਦਾ ਮੈਂ। ਫਿਰ ਪਾਸਟਰ ਕਹਿੰਦੇ ਨੇ ਲੋ ਜੀ ਦੇਖੋ, ਜੇ ਇੱਕ ਵਾਰੀ ਪ੍ਰਚਾਰ ਕਰਨਾ ਬਸ 5-4 ਘੰਟਿਆਂ ਦੀ ਤਾਂ ਨਿਸਾ। ਫਿਰ ਸੰਗਤ ਵੀ ਬੋਲਦੀ ਕਿਉਂ? ਕਿਉਂਕਿ ਤੁਸੀਂ ਖੁਦਾ ਦੇ ਵਿੱਚ ਵੱਧ ਕੇ ਖੁਦਾ ਦੇ ਕੰਮਾਂ ਦੇ ਲਈ ਤੁਹਾਡੇ ਅੰਦਰ ਹੰਕਾਰ ਖੜਾ ਕਰ ਦਿੰਦਾ ਸ਼ੈਤਾਨ। ਤੁਹਾਨੂੰ ਪਤਾ ਨਹੀਂ ਲੱਗਦਾ ਸ਼ੈਤਾਨ ਨੇ ਕਦੋਂ ਤੁਹਾਨੂੰ ਗਿਰਾ ਦਿੱਤਾ, ਔਰ ਉਹ ਤੁਹਾਡੇ ਮੂੰਹ ਚੜ ਕੇ ਬੋਲਦਾ, ਔਰ ਅਸੀਂ ਪਰਖ ਨਹੀਂ ਕਰ ਸਕਦੇ ਉਸਦੀ। ਹਾਲੇਲੂਇਆ। ਅੱਜ ਪਰਮੇਸ਼ਵਰ ਨੇ ਜਿੱਥੇ ਜਿੱਥੇ ਵੀ ਅੱਜ ਪ੍ਰਚਾਰ ਜਾਏਗਾ, ਅੱਜ ਜਿਨ੍ਹਾਂ ਦੇ ਵਿੱਚੋਂ ਘਮੰਡ ਖਤਮ ਹੋ ਗਿਆ, ਯਿਸੂ ਦੇ ਸਵਰਗ ਰਾਜ ਦੀ ਤਿਆਰੀ ਕਰ ਲੈਣਗੇ। ਹਾਲੇਲੂਇਆ, ਹਾਲੇਲੂਇਆ। ਅਸੀਂ ਦੂਜੇ ਕਨੇ ਉਂਗਲੀ ਕਰ ਦਿੰਦੇ ਆ, ਤੂੰ ਦੋਸ਼ੀ ਹੈ, ਤੇਰੀਆਂ ਅੱਖਾਂ ਦੇ ਵਿੱਚ ਮੈਨੂੰ ਪਾਪ ਦਿਖਦਾ। ਜੇ ਤੈਨੂੰ ਪਾਪ ਦਿਖਦਾ ਫਿਰ ਰੱਬ ਨੇ ਕੀ ਕਰਨਾ ਹੋਣਾ ਸੀ ਉਹਨੇ? ਇੱਕ ਮਨੁੱਖ ਕੌਣ ਹੈ ਜਿਹੜਾ ਇੱਕ ਦੂਜੇ ਦੀਆਂ ਅੱਖਾਂ ਦੇ ਵਿੱਚ ਪਾਪ ਦੇਖ ਸਕਦਾ? ਸਾਡਾ ਪਰਮੇਸ਼ਰ ਕਹਿੰਦਾ ਗੁਰਦੇ ਤੇ ਹਿਰਦੇ ਨੂੰ ਜਾਂਚਣ ਵਾਲਾ ਤਾਂ ਮੈਂ ਆ। ਫਿਰ ਅਸੀਂ ਕੌਣ ਆ ਕਿਸੇ ਦੇ ਉੱਤੇ ਦੋਸ਼ ਲਗਾਉਣ ਦੇ ਲਈ? ਵੀ ਤੇਰੀਆਂ ਅੱਖਾਂ ਦੇ ਵਿੱਚ ਪਾਪ ਦਿਖਦਾ ਮੈਨੂੰ। ਜੇ ਇੱਕ ਉਂਗਲੀ ਤੁਹਾਡੇ ਵੱਲ ਜਾ ਰਹੀ ਹੈ ਤਾਂ 3 ਉਂਗਲੀਆਂ ਮੇਰੇ ਵੱਲ ਵੀ ਆ ਰਹੀਆਂ ਨੇ। ਇਹਦਾ ਮਤਲਬ ਮੈਂ 3 ਗੁਣਾ ਵੱਧ ਪਾਪੀ ਆ ਜੇ ਤੁਹਾਡੇ ਉੱਤੇ ਦੋਸ਼ ਸਾਬਿਤ ਕਰਦਾ। ਹਾਲੇਲੂਇਆ। ਪਰਮੇਸ਼ਰ ਜੀ ਕੀ ਕਹਿ ਰਹੇ ਸੀ? ਅੱਜ ਤੈਨੂੰ ਸੱਚ ਦਾ ਗਿਆਨ ਪਤਾ ਲੱਗ ਗਿਆ, ਅੱਜ ਤੂੰ ਮਨੁੱਖ ਨੂੰ ਮਨੁੱਖ ਨਹੀਂ ਸਮਝਦਾ। ਲੇਕਿਨ ਗੱਲ ਕੀ ਸੀ? ਜਦੋਂ ਤੁਸੀਂ ਵੀ ਝੂਠ ਦੇ ਵਿੱਚ ਫਸੇ ਹੋਏ ਸੀ, ਪਰਮੇਸ਼ਰ ਕੀ ਕਹਿ ਰਹੇ ਨੇ? ਕਹਿੰਦੇ ਸੱਚਾਈ ਨੂੰ ਜਾਣੋ ਤੇ ਸੱਚਾਈ ਤੁਹਾਨੂੰ ਕੀ ਕਰੇਗੀ? ਆਜ਼ਾਦ ਕਰੇਗੀ। ਅੱਜ ਵੀ ਅਸੀਂ ਗੁਲਾਮ ਆ ਕਿਸ ਦੇ? ਆਪਣੀ ਜ਼ੁਬਾਨ ਦੇ ਦੁਆਰਾ ਜਿਹੜੇ ਪਾਪ ਕਰਦੇ ਆ ਉਹਦੇ ਗੁਲਾਮ ਆ। ਜਦੋਂ ਅਸੀਂ ਭ੍ਰਿਸ਼ਟ ਬੋਲਦੇ ਆ ਕਿਸੇ ਨੂੰ, ਉਹਦੇ ਗੁਲਾਮ ਹਾਂ ਅਸੀਂ। ਤੇ ਜਦੋਂ ਪਾਤਰਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ, ਜਦੋਂ ਮਰਨ ਲੱਗਿਆ ਸੀ, ਤਾਂ ਪਰਮੇਸ਼ਰ ਨੇ ਸਭ ਤਰ੍ਹਾਂ ਦੇ ਜੀਵ ਜੰਤੂਆਂ ਨੂੰ ਚਾਦਰ ਦੇ ਉੱਤੇ ਪਾ ਕੇ ਦਿੱਤਾ ਔਰ ਆਵਾਜ਼ ਦਿੱਤੀ, ਕਹਿੰਦਾ ਪਾਤਰਸ ਇਹਦੇ ਵਿੱਚੋਂ ਲੈ ਕੇ ਇੱਕ ਨੂੰ ਕੱਟ ਕੇ ਖਾ ਲਾ। ਕਹਿੰਦਾ ਪ੍ਰਭੂ ਮੈਂ ਅਸ਼ੁੱਧ ਚੀਜ਼ਾਂ ਨਹੀਂ ਖਾਂਦਾ। ਕੀ ਨਹੀਂ ਖਾਂਦਾ? ਮੈਂ ਅਸ਼ੁੱਧ ਚੀਜ਼ਾਂ ਨਹੀਂ ਖਾਂਦਾ। ਪਰਮੇਸ਼ਰ ਕਹਿੰਦੇ ਨੇ ਜੋ ਮਨੁੱਖ ਦੇ ਅੰਦਰ ਜਾਂਦਾ ਉਹ ਭ੍ਰਿਸ਼ਟ ਨਹੀਂ ਕਰਦਾ, ਜੋ ਮਨੁੱਖ ਦੇ ਬਾਹਰ ਨਿਕਲਦਾ ਜ਼ੁਬਾਨ ਦੇ ਨਾਲ ਉਹ ਭ੍ਰਿਸ਼ਟ ਕਰਦਾ ਹੈ। ਬਾਹਰ ਕੀ ਨਿਕਲਦਾ? ਦੋਸ਼। ਬਾਹਰ ਕੀ ਨਿਕਲਦਾ? ਗੁਨਾਹ ਸਾਹਮਣੇ ਵਾਲੇ ਦੇ ਵਿੱਚ। ਬਾਹਰ ਕੀ ਨਿਕਲਦਾ? ਉਂਗਲੀਆਂ ਨਿਕਲਦੀਆਂ ਨੇ ਵੀ ਤੂੰ ਦੋਸ਼ੀ ਹੈ, ਤੈਨੇ ਇਹ ਕੀਤਾ। Who is am I? ਕੌਣ ਆ ਮੈਂ? ਸੋਚ ਕੇ ਦੇਖੋ, ਕਿਹਨੇ ਸਾਨੂੰ ਅਧਿਕਾਰ ਦਿੱਤਾ ਕਿ ਅਸੀਂ ਕਿਸੇ ਦਾ ਨਿਆਂ ਕਰ ਸਕੀਏ? ਅੱਜ ਅਸੀਂ ਦੋਸਤ ਦੇ ਦੋਸਤ ਮੜੀ ਜਾਂਦੇ ਆ ਫਲਾਣੇ ਤੇ, ਕਿ ਫਲਾਣਾ ਨਹੀਂ ਆਉਂਦਾ ਜੀ ਸੰਗਤ ਦੇ ਵਿੱਚ, ਉਹ ਐਂ ਕਰਦਾ। ਦੇਖੋ ਜੀ, ਮੈਂ ਉਸ ਜਗ੍ਹਾ ਤੇ ਵਰਸ਼ਿਪ ਕਰਨ ਗਿਆ ਸੀ, ਮੈਨੂੰ ਉਹ ਪਾਸਟਰ ਦੇ ਵਿੱਚ ਕਮੀ ਲੱਗੀ। ਦੇਖੋ ਜੀ, ਮੈਂ ਉਸ ਜਗ੍ਹਾ ਤੇ ਪ੍ਰਚਾਰ ਕਰਨ ਲੱਗਿਆ ਸੀ, ਮੈਨੂੰ ਉੱਥੇ ਹੀ ਸੰਗਤ ਨਹੀਂ ਵਧੀਆ ਲੱਗੀ। ਕੀ ਗੱਲ? ਅਸੀਂ ਰੱਬ ਦਾ ਕਲਾਮ ਲੈ ਕੇ ਚੱਲੇ ਆ, ਰੱਬ ਦੀ ਆਵਾਜ਼ ਨੂੰ ਲੈ ਕੇ ਚੱਲੇ ਆ, ਉਸ ਰੱਬ ਨੂੰ ਪੇਸ਼ ਕਰਨ ਚੱਲੇ ਆਪਣੀ ਜ਼ੁਬਾਨ ਦੇ ਦੁਆਰਾ, ਜਿਹੜੇ ਰੱਬ ਨੇ ਸਾਨੂੰ ਆਪਣੀ ਮਹਿਮਾ ਦੇ ਲਈ ਖੜਾ ਕੀਤਾ ਹੈ। ਔਰ ਅਸੀਂ ਉੱਥੇ ਮਹਿਮਾ ਕਰਨ ਦੀ ਬਜਾਏ ਅਸੀਂ ਦੋਸ਼ ਹੀ ਲਗਾ ਕੇ ਆ ਜਾਂਦੇ ਆ। ਫਿਰ ਕੀ ਲੈ ਕੇ ਆਏ ਸੀ ਘਰ? ਤੇ ਖਾਲੀ ਗਏ ਸੀ, ਖਾਲੀ ਆ ਗਏ।
ਹਾਲੇਲੂਇਆ। ਪਰਮੇਸ਼ਰ ਕਹਿੰਦਾ ਜਦੋਂ ਚੇਤੇ ਕਰ ਤੂੰ ਰੂੜੀਆਂ ਦੇ ਉੱਤੋਂ ਡਿੱਗਿਆ ਸੀ, ਚੇਤੇ ਕਰ ਤੂੰ ਪਿੱਛੇ ਕੀ ਸੀ। ਅੱਜ ਤੈਨੂੰ ਮੈਨੇ ਵਚਨ ਦੇ ਦੁਆਰਾ ਤੈਨੂੰ ਰੂੜੀਆਂ ਤੋਂ ਚੱਕਿਆ ਤੇ ਤੈਨੂੰ ਪਤਵੰਤਿਆਂ ਵਿੱਚ ਬਿਠਾ ਦਿੱਤਾ। ਉਹ ਜਦੋਂ ਪਤਵੰਤਿਆਂ ਵਿੱਚ ਬੈਠ ਗਏ, ਜਿਹੜੇ ਅੱਜ ਸਾਡੇ ਨਾਲ ਦੇ ਨੇ, ਅਸੀਂ ਉਹਨਾਂ ਨੂੰ ਪੁੱਛਦੇ ਤੱਕ ਨਹੀਂ, ਫਿਰ ਉਹਨਾਂ ਦੇ ਸਾਹਮਣੇ ਸਾਡੇ ਅੰਦਰ ਹੰਕਾਰ ਬੋਲਣਾ ਸ਼ੁਰੂ ਹੋ ਜਾਂਦਾ ਹੈ। ਸ਼ੈਤਾਨ ਇਹੀ ਤਾਂ ਚਾਹੁੰਦਾ ਹੈ। ਵਚਨ ਕੀ ਕਹਿੰਦਾ? ਡਿੱਗਣ ਤੋਂ ਪਹਿਲਾਂ ਤੁਹਾਡੇ ਅੰਦਰ ਹੰਕਾਰ ਖੜਾ ਹੋ ਜਾਏਗਾ। ਹਾਲੇਲੂਇਆ। ਇਹ ਡਿੱਗਣ ਦੀਆਂ ਨਿਸ਼ਾਨੀਆਂ ਨੇ। ਦੇਖਿਆ ਹੋਣਾ ਤੁਸੀਂ, ਭਿਖਾਰੀ ਤੋਂ ਰਾਜੇ ਬਣਦੇ ਦੇਖੇ ਹੋਣੇ, ਔਰ ਰਾਜਾ ਤੋਂ ਭਿਖਾਰੀ ਬਣਦੇ ਦੇਖੇ ਹੋਣੇ। ਜਿਹੜੇ ਭਿਖਾਰੀ ਤੋਂ ਰਾਜਾ ਬਣ ਜਾਂਦੇ ਨੇ, ਉਹ ਕਿੱਦਾਂ ਦੇ ਮਨੁੱਖ ਹੁੰਦੇ ਨੇ? ਉਹ ਹੰਕਾਰ ਨਹੀਂ ਕਰਦੇ, ਉਹ ਹਲੀਮੀ ਚ ਰਹਿੰਦੇ ਨੇ, ਕਿਉਂਕਿ ਹਲੀਮ ਬੰਦੇ ਨੂੰ ਪਰਮੇਸ਼ਰ ਪਸੰਦ ਕਰਦਾ ਹੈ ਤੇ ਉਹਨੂੰ ਰਾਜਾ ਬਣਾ ਦਿੰਦਾ ਹੈ। ਅੱਜ ਰਾਜੇ ਬਣ ਕੇ ਜਾਓਗੇ ਜੇ ਹੰਕਾਰ ਨੂੰ ਕੱਢ ਕੇ ਜਾਓਗੇ ਯਿਸੂ ਦੇ ਨਾਮ 'ਚ। ਹਾਲੇਲੂਇਆ। ਔਰ ਜਿਹੜੇ ਰਾਜੇ ਨੇ, ਉਹਨਾਂ ਦੇ ਅੰਦਰ ਤਾਂ ਪਹਿਲਾਂ ਹੀ ਘਮੰਡ ਹੁੰਦਾ ਕਿ ਮੇਰੇ ਲਈ ਬਹੁਤ ਆਨਾ ਹੈ, ਮੈਨੂੰ ਬਹੁਤ ਵਧੀਆ ਬੋਲਣ ਆਉਂਦਾ ਹੈ, ਮੈਨੂੰ ਬੜੀ ਵਧੀਆ ਸਪੀਚ ਕਰਨੀ ਹੁੰਦੀ ਹੈ, ਮੇਰੇ ਨਾਲ 4 ਬੰਦੇ ਜੁੜੇ ਹੋਏ ਨੇ। ਕੀ ਬੋਲ ਰਿਹਾ ਉਹਦੀ ਜ਼ੁਬਾਨ ਦੇ ਦੁਆਰਾ? ਉਹ ਸਾਬਿਤ ਕਰ ਰਿਹਾ ਕਿ ਮੇਰੇ ਅੰਦਰ ਹੰਕਾਰ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ ਤੈਨੂੰ ਤੇਰੀ ਚਤੁਰਾਈ ਦੇ ਵਿੱਚ ਫਸਾਣਾ ਜਾਣਦਾ। ਔਰ ਜਦੋਂ ਸਾਡਾ ਪਰਮੇਸ਼ਰ ਕਿਸੇ ਨੂੰ ਉਹਦੀ ਚਤੁਰਾਈ ਦੇ ਵਿੱਚ ਫਸਾ ਦਿੰਦਾ, ਦੁਨੀਆ ਦੀ ਕੋਈ ਤਾਕਤ ਉਹਨੂੰ ਕੱਢ ਨਹੀਂ ਸਕਦੀ। ਮੇਰੇ ਪਿਆਰਿਓ, ਪਰਮੇਸ਼ਰ ਦੇ ਨਾਲ ਚੱਲਣਾ ਤਾਂ ਹਲੀਮ ਹੋ ਕੇ ਚੱਲਣਾ ਪੈਣਾ, ਹੰਕਾਰੀ ਬਣ ਕੇ ਨਹੀਂ। ਜੇ ਪਰਮੇਸ਼ਰ ਤੋਂ ਕੁਝ ਲੈਣਾ ਤਾਂ ਸਾਨੂੰ ਹਲੀਮ ਬਣ ਕੇ ਚੱਲਣਾ ਪੈਣਾ। ਬੱਚੇ ਨੂੰ ਰੱਬ ਦਾ ਰੂਪ ਕਿਉਂ ਕਹਿੰਦੇ ਨੇ? ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਛੋਟੇ ਹੁੰਦੇ ਨੂੰ, ਉਹਨੂੰ ਸੱਪ ਵੀ ਪਕੜਾਉਂਗੇ ਉਹਨੂੰ ਮੂੰਹ ਚ ਪਾਣਾ। ਵੱਡੇ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿ ਰੱਬ ਦਾ ਰੂਪ ਹੈ? ਇਹ ਨਹੀਂ ਪਤਾ ਵੱਡਾ ਕਿਹੜੇ ਐਂਗਲ ਤੋਂ ਬੋਲ ਪਏ। ਹੁੰਦਾ ਤਾਂ ਉਹ ਵੀ ਰੱਬ ਦਾ ਹੀ ਰੂਪ ਹੈ, ਪਰ ਜਦੋਂ ਸਾਨੂੰ ਆਪਣੀ ਅਕਲ ਤੇ ਬੁੱਧ ਆ ਜਾਂਦੀ ਹੈ, ਫਿਰ ਅਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸੋ ਮੇਰੇ ਪਿਆਰਿਓ, ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਨੇ, ਚਾਹੇ ਵਰਸ਼ਿਪਰੋਂ ਤੁਸੀਂ, ਅੱਜ ਤੁਹਾਡੀਆਂ ਖੁਦਾ ਨੇ ਤੁਹਾਨੂੰ ਸਿਖਾ ਕੇ ਉਸ ਰਾਸਤੇ ਦੇ ਉੱਤੇ ਖੜਾ ਕਰ ਦਿੱਤਾ ਕਿ ਹਾਂ ਮੈਂ ਤੇਰੀ ਆਵਾਜ਼ ਨੂੰ ਮਸਾ ਕੀਤਾ ਹੈ। ਜੋ ਸੰਤ ਮੂਸਾ ਵਰਗੇ ਤੋਤਲੇ ਬੰਦਿਆਂ ਤੋਂ ਆਪਣੀ ਲੰਕਾ ਨੂੰ ਛੁਡਾ ਕੇ ਲੈ ਕੇ ਆ ਸਕਦਾ ਹੈ, ਆਪਣੇ ਇਸਰਾਇਲੀ ਲੋਕਾਂ ਨੂੰ ਲੈ ਕੇ ਆ ਸਕਦਾ ਛੁਡਵਾ ਕੇ, ਤਾਂ ਫਿਰ ਤੈਨੂੰ ਤੇ ਮੈਨੂੰ ਵੀ ਇਸਤੇਮਾਲ ਕਰ ਸਕਦਾ ਉਹੀ ਪਰਮੇਸ਼ਰ ਅੱਜ ਵੀ। ਹਾਲੇਲੂਇਆ। ਹਾਲੇਲੂਇਆ। ਉਹੀ ਸਲੀਮ ਹੈ ਜਿਹੜਾ ਇਹ ਬੈਠੇ ਤੁਹਾਡੇ ਕੋਲ। ਚਰਚ ਦੇ ਵਿੱਚੋਂ ਭਜਾਤਾ ਸੀ, ਕਹਿੰਦੇ ਮੈਂ ਕਿ ਛੱਡ ਦੇ, ਤੈਨੂੰ ਗਾਣਾ ਨਹੀਂ ਆਉਂਦਾ। ਅੱਜ ਇਹੀ ਤੋਤੇ ਲੁੱਟ ਗਾਉਂਦਾ ਤੇ ਸਿੰਗਰ ਰੀਸ ਨਹੀਂ ਕਰ ਸਕਦੇ। ਕਿਉਂ? ਮਸਾ ਕਿਹਨੇ ਕੀਤਾ? ਬੋਲੋ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਮੈਂ ਤੈਨੂੰ ਉਸ ਰਾਸਤੇ ਤੇ ਲੈ ਜਾਵਾਂਗਾ, ਤੈਨੂੰ ਸਿਖਾਵਾਂਗਾ ਜਿਹੜੇ ਉੱਤੇ ਤੈਨੇ ਚੱਲਣਾ ਹੈ। ਫਿਰ ਜਿਹੜੇ ਰਾਸਤੇ ਦੇ ਉੱਤੇ ਅਸੀਂ ਚੱਲਣਾ ਹੈ, ਉਹ ਸਾਨੇ ਚੁਣਿਆ ਤੇ ਸਾਡੇ ਖੁਦਾ ਨੇ ਚੁਣਿਆ। ਉਹ ਸਾਡੇ ਖੁਦਾ ਦਾ ਚੁਣਿਆ ਹੈ ਰਾਸਤਾ, ਜਿਸ ਤੋਂ ਸਾਨੂੰ ਵੱਖਰੇ ਕਰਕੇ ਉਹਨੇ ਸਾਨੂੰ ਆਤਮਿਕ ਲੈਵਲ ਦੇ ਵਿੱਚ ਗਰੋਥ ਕਰਨ ਦੇ ਲਈ ਚੁਣਿਆ ਕਿ ਤੂੰ ਮੇਰੇ ਵਿੱਚ ਰਹਿ ਕੇ ਮੇਰੇ ਵਰਗਾ ਬਣ ਜਾ। ਅਸੀਂ ਯਿਸੂ ਦੇ ਵਿੱਚ ਵੀ ਰਹਿੰਦੇ ਆ ਤੇ ਜੱਗ ਵਰਗੇ ਵੀ ਬਣੇ ਰਹਿੰਦੇ ਆ। ਸਾਨੂੰ ਪਤਾ ਨਹੀਂ ਲੱਗਦਾ ਸਾਡੀਆਂ ਜ਼ੁਬਾਨ ਤੋਂ ਕਦੋਂ ਪਾਪ ਹੋ ਗਿਆ ਤੇ ਸਾਡੀਆਂ ਅੱਖਾਂ ਤੋਂ ਕਦੋਂ ਪਾਪ ਹੋ ਗਿਆ, ਕਦੋਂ ਕਿਸੇ ਦੇ ਦੋਸ਼ ਮੜ ਦਈਏ। ਹਾਲੇਲੂਇਆ। ਸੁਵਚਨ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿ ਰਿਹਾ ਕਿ ਹਾਂਜੀ ਮੈਂ ਉਸ ਬੰਦੇ ਨੂੰ ਕਹਿ ਰਿਹਾ, ਮੈਂ ਉਸ ਬੰਦੇ ਨੂੰ ਕਹਿ ਰਿਹਾ ਜਿਹੜਾ ਯਿਸੂ ਦੇ ਵਿੱਚ ਵੀ ਚੱਲਦਾ ਤੇ ਜਿਹਨੂੰ ਪਰਮੇਸ਼ਰ ਨੇ ਥੋੜਾ ਜਿਹਾ ਵਧਾ ਵੀ ਦਿੱਤਾ ਤੇ ਅੱਜ ਉਹਦੀ ਜ਼ੁਬਾਨ ਦੇ ਦੁਆਰਾ ਹੰਕਾਰ ਹੈ ਤੇ ਲੋਕਾਂ ਤੇ ਦੋਸ਼ ਲਾਉਂਦੇ ਫਿਰਦੇ ਆ ਕਿ ਤੂੰ ਗਲਤ ਆ, ਤੂੰ ਗਲਤ, ਤੂੰ ਗਲਤ ਆ। ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ, ਉਹ ਚਾਹੇ ਵਰਸ਼ਿਪਰ ਹੈ, ਉਹ ਚਾਹੇ ਪਾਸਟਰ, ਉਹ ਚਾਹੇ ਸੰਗਤ ਹੈ, ਆਪਣੀ ਚਾਲ ਨੂੰ ਸੁਧਾਰ ਲਓ। ਨਹੀਂ, ਪਰਮੇਸ਼ਵਰ ਜਿਵੇਂ ਰਾਜਾ ਨਬੂਕਦਨੇਸਰ ਨੂੰ, ਜਿਹਦੇ ਮਨ ਦੇ ਵਿੱਚ ਹੰਕਾਰ ਆ ਗਿਆ ਸੀ, ਪਰਮੇਸ਼ਰ ਨੂੰ ਡੰਗਰ ਬਣਾ ਦਿੱਤਾ ਸੀ, ਉਹਦੇ ਕਿੱਡੇ ਕਿੱਡੇ ਵਾਲ ਉੱਗ ਗਏ ਸੀ ਸਰੀਰ ਤੇ। ਉਹ ਰਾਜੇ ਨੂੰ ਜੰਗਲਾਂ ਦੇ ਵਿੱਚ ਛੱਡਿਆ ਸੀ ਕਿ ਇਹਦਾ ਪਸ਼ੂ ਬਣ ਗਿਆ, ਇਹਨੂੰ ਛੱਡ ਦੋ, ਉੱਥੇ ਘਾਹ ਤੇ ਘੂਸ ਖਾਣ ਤੇ ਮਜਬੂਰ ਕਰਤਾ ਸੀ ਪਰਮੇਸ਼ਰ ਨੇ ਇੱਕ ਰਾਜੇ ਨੂੰ। ਕੀ ਖਾਣ ਤੇ?
ਜਿਹੜਾ ਨਬੂਕਦਨੇਸਰ ਰਾਜਾ ਸੀ, ਜਦੋਂ ਉਹਦੇ ਜੱਤ ਹੋਈ, ਜਦੋਂ ਉਹਦੇ ਅੰਦਰ ਉਹਦੇ ਸਰੀਰ ਦੇ ਉੱਤੇ ਕੋਈ ਕੱਪੜਾ ਨਹੀਂ ਸੀ, ਉਹ ਬਾਲਾਂ ਦੇ ਨਾਲ ਭਰ ਗਿਆ, ਤਾਂ ਰਾਜੇ ਨੂੰ ਚੱਕ ਕੇ ਜੰਗਲ ਦੇ ਵਿੱਚ ਛੱਡਿਆ, ਉੱਥੇ ਘਾਹ ਤੇ ਫੂਸ ਖਾਂਦਾ ਸੀ। ਜਦੋਂ ਹੰਕਾਰ ਠੰਡਾ ਹੋ ਗਿਆ, ਫਿਰ ਰੱਬ ਨੇ ਪਸ਼ੂ ਤੋਂ ਬੰਦਾ ਬਣਾਇਆ। ਹਾਲੇਲੂਇਆ, ਹਾਲੇਲੂਇਆ। ਕਦੋਂ ਬਣਾਇਆ? ਜਦੋਂ ਦਾ ਹੰਕਾਰ ਨਿਕਲ ਗਿਆ, ਉਹ ਫੇਰ ਪਸ਼ੂ ਤੋਂ ਬੰਦਾ ਬਣ ਕੇ ਦੁਬਾਰਾ ਆਇਆ, ਰਾਜਾ ਬਣ ਕੇ ਦੁਬਾਰਾ ਆਇਆ। ਸੋ ਮੇਰੇ ਪਿਆਰਿਓ, ਇਹ ਹੰਕਾਰ ਨਹੀਂ ਕਰਨਾ ਕਿ ਮੈਂ ਕਿੰਨਾ ਕੁ ਵੱਧ ਗਿਆ ਪਵਿੱਤਰ ਆਤਮਾ ਦੇ ਵਿੱਚ, ਮੈਂ ਤਾਂ ਬਹੁਤ ਪ੍ਰਾਰਥਨਾ ਕਰਦਾ, ਹੁਣ ਸਾਹਮਣੇ ਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਬੜੀ ਸੇਵਾ ਕਰਦਾ, ਸਾਹਮਣੇ ਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਬੜੀ ਵਰਸ਼ਿਪ ਕਰ ਲੈਂਦਾ, ਸਾਹਮਣੇ ਨੂੰ ਗਾਣਾ ਹੀ ਨਹੀਂ ਆਉਂਦਾ, ਮੈਂ ਤਾਂ ਬੜਾ ਸੋਹਣਾ ਪ੍ਰਚਾਰ ਕਰ ਲੈਣਾ, ਕਿਸੇ ਹੋਰ ਨੂੰ ਆਉਂਦਾ ਹੀ ਨਹੀਂ। ਉਹ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਏਗਾ, ਉਹ ਤੁਹਾਨੂੰ ਗੁੰਗਿਆਂ ਨੂੰ ਵੀ ਬੋਲਣ ਲਗਾ ਦੇਗਾ। ਮੇਰੀ ਗੱਲ ਨੂੰ ਯਾਦ ਰੱਖਿਓ। ਹਾਲੇਲੂਇਆ। ਜਦੋਂ ਪਵਿੱਤਰ ਆਤਮਾ ਆਏਗਾ ਤਾਂ ਗੁੰਗਿਆਂ ਨੂੰ ਵੀ ਬੋਲਣ ਲਗਾ ਦੇਗਾ। ਇਹ ਤਾਂ ਬਾਈਬਲ ਦੇ ਅਕੋਰਡਿੰਗ ਪਰਮੇਸ਼ਰ ਨੇ ਹਰੇਕ ਇਨਸਾਨ ਨੂੰ ਤੋੜੇ ਦਿੱਤੇ ਹੋਏ ਨੇ, ਕਿਸੇ ਨੂੰ ਇੱਕ, ਕਿਸੇ ਨੂੰ ਦੋ, ਕਿਸੇ ਨੂੰ ਚਾਰ। ਹਰੇਕ ਇਨਸਾਨ ਆਪਣੇ ਆਪਣੇ ਤੋੜੇ ਵਧਾ ਰਿਹਾ ਹੈ। ਕੋਈ ਗਾ ਕੇ ਵਧਾ ਰਿਹਾ, ਕੋਈ ਸੁਣਾ ਕੇ ਵਧਾ ਰਿਹਾ, ਕੋਈ ਸੁਣ ਕੇ ਵਧਾ ਰਿਹਾ। ਹਾਲੇਲੂਇਆ। ਪਰਮੇਸ਼ਰ ਕੀ ਕਹਿੰਦਾ ਹੈ? ਕਹਿੰਦਾ ਦੋਸ਼ ਨਾ ਲਗਾਓ ਤਾਂ ਕਿ ਤੁਹਾਡੇ ਤੇ ਵੀ ਦੋਸ਼ ਨਾ ਲਾਇਆ ਜਾਏ। ਹਾਲੇਲੂਇਆ। ਕੀ ਨਾ ਲਾਇਆ ਜਾਏ? ਜਾਂ ਤਾਂ ਲਾਓ ਤਾੜੀ, ਫਿਰ ਜਾਂ ਫਿਰ ਲਾਓ ਨਾ। ਕਹਿੰਦਾ ਦੋਸ਼ ਨਾ ਲਗਾਓ ਤਾਂ ਕਿ ਤੁਹਾਡੇ ਤੇ ਵੀ ਦੋਸ਼ ਨਾ ਲਗਾਇਆ ਜਾਵੇ। ਜਦੋਂ ਬੱਚਾ ਪਹਿਲੀ ਚ ਹੁੰਦਾ ਤਾਂ ਪੜਦਾ ਉੜਾਣਾ ਤਾਂ ਉਹਨੂੰ ਦੂਜੀ ਚ ਕਰ ਦਿੰਦੇ ਨੇ। ਜਦੋਂ ਦੂਜੀ ਦੇ ਵਿੱਚ ਥੋੜੀ ਜਿਹੀ ਗਲਤੀ ਕਰਦਾ, ਉਹਨੂੰ ਥੋੜੀ ਪਨਿਸ਼ਮੈਂਟ ਮਿਲਦੀ ਹੈ, ਉਹ ਫਿਰ ਵਧੀਆ ਪੜਨ ਲੱਗ ਜਾਂਦਾ, ਉਹਨੂੰ ਤੀਜੀ ਚ ਕਰ ਦਿੰਦੇ। ਏਦਾਂ ਏਦਾਂ ਹੀ ਕਰਦੇ ਬੱਚਾ 10ਵੀਂ ਚ ਹੋ ਜਾਂਦਾ, ਜਦੋਂ ਪੜਦਾ ਰਹਿੰਦਾ। ਹੁਣ ਜੇ ਉਹਦੇ ਅੰਦਰ ਹੰਕਾਰ ਆ ਜੇ ਕਿ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਪੜਨਾ ਆਉਂਦਾ, ਫਿਰ ਹਾਲੇਲੂਇਆ। ਤਾਂ ਫਿਰ ਜਿਹਨੇ ਪੜਾਇਆ ਹੁੰਦਾ ਨਾ, ਜਿਹੜੇ ਸਾਡੇ ਮਾਪਿਓ ਨੇ, ਉਹ ਫਿਰ ਅਲੱਗ ਤੇ ਕਰ ਦਿੰਦੇ ਨੇ, ਕਾਕਾ ਜੇ ਹੁਣ ਤੂੰ ਸਭ ਤੋਂ ਜ਼ਿਆਦਾ ਵਧੀਆ ਪੜ ਗਿਆ ਨਾ, ਸਾਡੀ ਇੱਜ਼ਤ ਨਹੀਂ ਕਰਦਾ, ਚੱਕ ਭਾਂਡੇ ਟਿੰਡੇ ਆਪਦਾ ਅੱਡ ਹੋ ਜਾ। ਕੀ ਕਰਨਾ? ਹੋਈ ਹੈ ਨਾ, ਹੁੰਦੀ ਹੈ ਨਾ ਪਰਿਵਾਰਾਂ ਦੇ ਵਿੱਚ ਵੀ ਕਾਕਾ ਤੂੰ ਸਾਡੀ ਇੱਜ਼ਤ ਨਹੀਂ ਕਰਦਾ, ਤੂੰ ਆਪਣੇ ਆਪ ਨੂੰ ਜ਼ਿਆਦਾ ਚਲਾਕ ਸਮਝਦਾ, ਚੱਲ ਚੱਕ ਆਪਦੇ ਭਾਂਡੇ ਜਦੋਂ ਕਮਾਏਗਾ ਫੇਰ ਪਤਾ ਲੱਗੂ। ਕੀ ਲੱਗੂ? ਜਦੋਂ ਕਮਾ ਕੇ ਖਾਏਗਾ ਉਹ ਫੇਰ ਪਤਾ ਲੱਗੂ ਵੀ ਕੀ ਭਾਅ ਵਿਕਦੀ ਹੈ, ਫੇਰ ਆਉਣਗੇ ਯਾਦ ਤੈਨੂੰ ਜਿਨ੍ਹਾਂ ਨੂੰ ਅੱਜ ਮਾੜੇ ਬੋਲ। ਉਸੇ ਤਰ੍ਹਾਂ ਪਰਮੇਸ਼ਵਰ ਵੀ ਉਹ ਕਹਿੰਦਾ, ਦੇਖ ਮੈਂ ਤੈਨੂੰ ਰੂੜੀਆਂ ਤੋਂ ਚੱਕ ਕੇ ਪਤਵੰਤਿਆਂ ਵਿੱਚ ਬਿਠਾਇਆ, ਅੱਜ ਤੂੰ ਮੇਰੇ ਕੰਮ ਦੀ ਕਦਰ ਕਰਨ ਦੀ ਬਜਾਏ ਤੈਨੂੰ ਸਿਖਾਇਆ ਮੈਂ, ਤੈਨੂੰ ਚੱਲਣਾ ਮੈਂ ਸਿਖਾਇਆ, ਤੈਨੂੰ ਬੋਲਣਾ ਮੈਂ ਸਿਖਾਇਆ, ਅੱਜ ਤੂੰ ਮੈਨੂੰ ਹੀ ਟੱਪ ਦੱਸੀ ਜਾਂਦਾ। ਫਿਰ ਪਰਮੇਸ਼ਵਰ ਜਦੋਂ ਕੱਢ ਕੇ ਉਹਨੂੰ ਦੂਰ ਫੈਂਕ ਦਿੰਦਾ ਨਾ, ਫਿਰ ਉਹਦੀ ਆਵਾਜ਼ ਨਹੀਂ ਸੁਣਦਾ, ਫਿਰ ਬੰਦੇ ਨੂੰ ਪਤਾ ਲੱਗਦਾ ਕਿ ਮੇਰੇ ਤੋਂ ਗਲਤੀ ਹੋਈ ਆ ਕੋਈ। ਇਸ ਕਰਕੇ ਅਸੀਂ ਗਲਤੀ ਨਾ ਕਰੀਏ। ਪਰਮੇਸ਼ਰ ਦੀ ਨਿਗਾਹ ਦੇ ਵਿੱਚ ਪਾਪ ਛੋਟਾ ਵੀ ਤੇ ਪਾਪ ਵੱਡਾ ਵੀ ਉਹ ਪਾਪ ਗਿਣਿਆ ਜਾਊਗਾ। ਕੀ ਗਿਣਿਆ ਜਾਊਗਾ? ਉਹਦੀ ਨਿਗਾਹ 'ਚ ਛੋਟਾ ਵੀ ਪਾਪ ਹੈ ਤੇ ਵੱਡਾ ਵੀ। ਕਹਿੰਦਾ ਪਾਪ ਦੇ ਨਿਮਿਤ ਫਿਰ ਦੂਜਾ ਬਲੀਦਾਨ ਨਹੀਂ ਹੈ ਜਿਸ ਤੋਂ ਤੁਸੀਂ ਬਚਾਏ ਜਾਣਾ। ਮੈਨੂੰ ਪਤਾ ਹੈ ਕਿ ਮੇਰੀ ਆਵਾਜ਼ ਜ਼ਹਿਰ ਵਰਗੀ ਕੌੜੀ ਲੱਗ ਰਹੀ ਹੋਣੀ ਕਈਆਂ ਨੂੰ, ਪਰ ਜਿਨ੍ਹਾਂ ਨੂੰ ਕੌੜੀ ਲੱਗ ਰਹੀ ਹੈ ਨਾ, ਉਹਨਾਂ ਦੇ ਜਦੋਂ ਜੀਵਨ ਸਵਰੇ ਦੇਖੋਗੇ ਵਰਤਾਂ ਦੇ ਵਿੱਚ, ਫਿਰ ਪਤਾ ਲੱਗ ਜਾਣਾ ਤੁਹਾਨੂੰ। ਹਾਲੇਲੂਇਆ, ਹਾਲੇਲੂਇਆ। ਇੱਕ ਗੱਲ ਦਾ ਜਵਾਬ ਦਿਓ ਮੈਨੂੰ, ਟੂਟੀ ਕਿਹਦੇ ਘਰ ਲੱਗੀ ਹੋਈ ਹੈ? ਟੁੱਲੂ ਪੰਪ ਸਭ ਦੇ ਹੈ ਨਾ, ਸਮਰਸੀਬਲ ਸਭ ਦੇ ਹੈ ਨਾ, ਤਾਂ ਹੀ ਪਾਣੀ ਨਾਲ ਨਹਾਉਂਦੇ ਆ ਅਸੀਂ, ਤਾਂ ਹੀ ਅਸੀਂ ਪੀਣ ਨੂੰ ਵਰਤਦੇ ਹਾਂ। ਪਾਣੀ ਸਭ ਦੇ ਘਰੇ ਨਿਕਲਦਾ ਨਾ, ਕਿਸੇ ਨੇ ਬੋਰ ਲਵਾਇਆ, ਕਿਸੇ ਨੇ ਟੂਟੀ ਲਗਵਾਈ ਹੈ, ਪਾਣੀ ਸਭ ਦੇ ਘਰੇ ਆਉਂਦਾ ਨਾ। ਅੱਛਾ ਮੈਨੂੰ ਇੱਕ ਗੱਲ ਦੱਸੋ ਵੀ ਉਸੇ ਨਲ ਦੇ ਵਿੱਚੋਂ, ਉਸੇ ਮੋਟਰ ਦੇ ਵਿੱਚੋਂ, ਉਸੇ ਟੂਟੀ ਦੇ ਵਿੱਚੋਂ ਦੋ ਪ੍ਰਕਾਰ ਦਾ ਪਾਣੀ ਨਿਕਲ ਸਕਦਾ ਕਿ ਪਹਿਲਾਂ ਖਾਰਾ ਦੇ ਦੇ ਬਾਅਦ ਚ ਮਿੱਠਾ ਦੇ ਦੇ, ਜਾਂ ਪਹਿਲਾਂ ਮਿੱਠਾ ਦੇ ਦੇ ਬਾਅਦ ਚ ਖਾਰਾ ਦੇ ਦੇ? ਦੱਸੋ ਨਿਕਲ ਸਕਦਾ? ਕੀ ਸੰਭਵ ਹੈ ਇਹ ਚੀਜ਼?
ਕਿ ਇੱਕੋ ਨਲ ਦੇ ਵਿੱਚੋਂ ਦੋ ਪ੍ਰਕਾਰ ਦਾ ਪਾਣੀ ਨਿਕਲ ਜੇ, ਖਾਰਾ ਵੀ ਤੇ ਮਿੱਠਾ ਵੀ। ਸੋਚ ਕੇ ਦੇਖੋ ਫਿਰ ਸਾਡੀਆਂ ਜ਼ੁਬਾਨਾਂ ਕਿੱਦਾਂ ਦੀਆਂ ਨੇ, ਜਿਹੜੀਆਂ ਪਰਮੇਸ਼ਰ ਨੇ ਸ਼ਹਿਦ ਨਾਲ ਭਰ ਦਿੱਤੀਆਂ ਨੇ, ਮਿੱਠੀਆਂ ਕਰ ਦਿੱਤੀਆਂ ਨੇ, ਤੇ ਅੱਜ ਅਸੀਂ ਉਹਨਾਂ ਨੂੰ ਕੌੜਾ ਬਣਾ ਰਹੇ ਹਾਂ ਕਿ ਤੈਨੂੰ ਮੈਂ ਪਸੰਦ ਨਹੀਂ ਕਰਦਾ, ਤੈਨੂੰ ਤਾਂ ਗਾਣਾ ਨਹੀਂ ਆਉਂਦਾ, ਤੈਨੂੰ ਤੇਰੀਆਂ ਅੱਖਾਂ 'ਚ ਪਾਪ ਦਿਖਦਾ, ਮੈਨੂੰ ਤੇਰੇ ਸਰੀਰ 'ਚ ਪਾਪ ਦਿਖਦਾ ਮੈਨੂੰ। ਕੀ ਪਰਮੇਸ਼ਰ ਨੇ ਸਾਨੂੰ ਇਹ ਕੰਮ ਲਈ ਚੁਣਿਆ? ਚਲੋ ਠੀਕ ਹੈ ਕਿ ਤੁਹਾਨੂੰ ਪਾਪ ਦਿਖ ਵੀ ਗਿਆ, ਮੰਨ ਲਈ ਕਿ ਗੱਲ ਤੁਹਾਨੂੰ ਪਾਪ ਦਿਖ ਗਿਆ, ਫਿਰ ਤੁਸੀਂ ਬੰਦੇ ਨੂੰ ਕਹੋਗੇ ਵੀ ਤੇਰੇ ਅੰਦਰ ਪਾਪ ਹੈ ਵੀ? ਜੇ ਤੁਸੀਂ ਅਸਲੀ ਪਰਮੇਸ਼ਰ ਨੂੰ ਜਾਣਿਆ ਹੁੰਦਾ ਤਾਂ ਤੁਸੀਂ ਘੁੱਟਨੇ ਮੁੱਦੇ ਮਾਰਦੇ ਕਿ ਪ੍ਰਭੂ ਮੈਨੂੰ ਉਸ ਭੈਣ ਦੇ ਵਿੱਚ ਤੇ ਉਸ ਭਾਈ ਦੀਆਂ ਅੱਖਾਂ ਦੇ ਵਿੱਚ ਪਾਪ ਦਿਖਿਆ, ਔਰ ਜਦੋਂ ਮੈਂ ਦੁਬਾਰਾ ਜਾਵਾਂ ਮੈਨੂੰ ਪਾਪ ਨਜ਼ਰ ਨਾ ਆਵੇ, ਉਹਦੀਆਂ ਅੱਖਾਂ 'ਚ ਤੂੰ ਨਜ਼ਰ ਆਵੇਂ। ਹਾਲੇਲੂਇਆ, ਹਾਲੇਲੂਇਆ। ਫਿਰ ਮੈਂ ਮੰਨਦਾ ਕਿ ਤੂੰ ਸੱਚਮੁੱਚ ਪਰਮੇਸ਼ਰ ਨੂੰ ਜਾਣਦਾ। ਅਸੀਂ ਪਰਮੇਸ਼ਰ ਨੂੰ ਵੀ ਜਾਣਦੇ ਆ ਤੇ ਕੰਮ ਦੁਨੀਆ ਵਾਲੇ ਵੀ ਕਰਦੇ ਆ। ਇਹ ਤੇ ਦੋਸ਼ ਲਗਾਤਾ, ਇਹ ਤੇ ਦੋਸ਼ ਲਗਾਤਾ, ਕੀ ਕਰੂਗਾ ਅਸੀਂ? ਹਾਲੇਲੂਇਆ। ਸੋ ਮੇਰੇ ਪਿਆਰਿਓ, ਜੇਕਰ ਇੱਕ ਨਲ ਦੇ ਵਿੱਚੋਂ ਮਿੱਠਾ ਤੇ ਕੌੜਾ ਪਾਣੀ ਨਹੀਂ ਨਿਕਲ ਸਕਦਾ, ਜੇ ਇੱਕ ਨਾਲ ਕੌੜੇ ਪਾਣੀ ਵਾਲਾ, ਖਾਰੇ ਪਾਣੀ ਵਾਲਾ, ਉਹ ਤੋਂ ਖਾਰਾ ਹੀ ਨਿਕਲੂ। ਜੇਕਰ ਇੱਕ ਨਾਲ ਮਿੱਠੇ ਪਾਣੀ ਵਾਲਾ, ਉਹ ਚੋਂ ਮਿੱਠਾ ਹੀ। ਤੇ ਹੁਣ ਤੁਹਾਨੂੰ ਪ੍ਰਭੂ ਯਿਸੂ ਮਸੀਹ ਨੇ ਆਪਣਾ ਖੂਨ ਦੇ ਕੇ ਸ਼ੈਤਾਨ ਤੋਂ ਮੁੱਲ ਲੈ ਲਿਆ ਕਿ ਤੁਹਾਡੀ ਜ਼ੁਬਾਨ ਦੇ ਵਿੱਚੋਂ ਮਿੱਠੇ ਲਫ਼ਜ਼ ਹੀ ਨਿਕਲਣ। ਕੀ ਨਿਕਲਣ? ਕੌੜੇ ਬੰਦ ਹੋ ਜਾਣ। ਤਾਂ ਫਿਰ ਅੱਜ ਬੰਦ ਕਰਨੇ ਪੈਣਗੇ, ਕਿਉਂਕਿ ਸਾਡੀ ਜ਼ੁਬਾਨ ਵੀ ਇੱਕ ਹੋਣੀ ਚਾਹੀਦੀ ਹੈ। ਹਾਲੇਲੂਇਆ। ਕੀ ਹੋਣੀ ਚਾਹੀਦੀ ਹੈ? ਅਸੀਂ ਦਿਖਾਵੇ ਕਰਨ ਵਾਲੇ ਨਹੀਂ ਬਣਨਾ, ਭੀੜਾਂ ਦੇ ਵਿੱਚ ਇਕੱਠੇ ਹੋ ਕੇ ਨਹੀਂ ਰਹਿਣਾ, ਅਸੀਂ ਸੱਚ ਨੂੰ ਜਾਣਨਾ, ਤਾਂ ਹੀ ਅਸੀਂ ਆਜ਼ਾਦ ਹੋਵਾਂਗੇ। ਹਾਲੇਲੂਇਆ, ਹਾਲੇਲੂਇਆ। ਸੱਚ ਨੂੰ ਜਾਣਨਾ। ਕੌਣ ਕੀ ਕਰਦਾ ਹੈ? ਭਾਈ ਕੀ ਕਰਦੇ ਨੇ, ਭੈਣਾਂ ਕੀ ਕਰਦੀਆਂ ਨੇ? ਇਹ ਇੱਕ ਦੂਜੇ ਉੱਤੇ ਦੋਸ਼ ਲਾਉਣ ਦਾ ਵੇਲਾ ਨਹੀਂ ਹੈ। ਸਾਡੇ ਵਿੱਚ ਇੱਕ ਹੈ ਜਿਹਨੇ ਸਾਡੀ ਜਾਨ ਦਾ ਲੇਖਾ ਲੈਣਾ ਹੈ। ਹਾਲੇਲੂਇਆ। ਕੌਣ ਆ ਉਹ? ਯਿਸੂ ਮਸੀਹ। ਜੇ ਪਾਪੀ ਹੋਵਾਂਗੇ ਤਾਂ ਉਹਨੇ ਉਸੇ ਦਿਨ ਕਹਿ ਦੇਣਾ ਕਿ ਮੈਂ ਤੈਨੂੰ ਜਾਣਦਾ ਨਹੀਂ। ਫਿਰ ਉੱਥੇ ਮੇਰੇ ਵਰਗੇ ਵੀ ਲੈਣ ਚ ਲੱਗੇ ਹੋਣਗੇ, ਉਹ ਵੀ ਕਹਿਣਗੇ ਪ੍ਰਭੂ ਤੇਰਾ ਨਾਮ ਲੈ ਕੇ ਤਾਂ ਮੈंने ਭੂਤ ਨਹੀਂ ਕੱਢੇ ਤੇ ਗੰਬਾਣੀਆਂ ਨਹੀਂ ਕੀਤੀਆਂ। ਫਿਰ ਆ ਕੁੜੀ ਵਰਗੀ ਵੀ ਖੜੀ ਹੋਊਗੀ ਉੱਥੇ, ਪ੍ਰਭੂ ਤੇਰਾ ਨਾਮ ਲੈ ਕੇ ਮੈਂ ਆਰਾਧਨਾ ਨਹੀਂ ਕੀਤੀ, ਤੇਰਾ ਨਾਮ ਲੈ ਕੇ ਮੈंने ਹਜ਼ਾਰਾਂ ਕੈਸਟਾਂ ਕੱਢਦੀਆਂ, ਪ੍ਰਭੂ ਮੈਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਵਰਸ਼ਿਪ ਸੁਣਾਉਂਦੀ ਰਹੀ। ਉਹ ਕਹਿੰਦਾ ਸੁਣਾਉਂਦੀ ਰਹਿ, ਫਿਰ ਮੈਂ ਨਹੀਂ ਤੈਨੂੰ ਜਾਣਦਾ ਕੀ ਕਰਦੀ ਸੀ ਤੂੰ, ਆ ਜਾ ਇੱਧਰ ਲਿਖਾ ਦੇ ਕਿਤੇ ਕਿਤੇ ਦੋਸ਼ ਫਿੱਟ ਕਰਕੇ ਆਈਆਂ। ਹਾਲੇਲੂਇਆ, ਹਾਲੇਲੂਇਆ। ਉਹਦੀ ਤੱਕੜੀ ਦਾ ਨਾਪ ਤੋਲ ਬੜਾ ਬਰਾਬਰ ਹੈ, ਚਾਹੇ ਮੈਂ ਆ, ਚਾਹੇ ਤੁਸੀਂ ਹੋ, ਚਾਹੇ ਇਹ ਨੇ। ਉਹ ਬਖਸ਼ਦਾ ਨਹੀਂ ਕਿਸੇ ਨੂੰ। ਧਿਆਨ ਰੱਖਿਓ, ਜੇ ਸਿੱਧੀ ਚਾਲ ਚੱਲਾਂਗੇ ਤਾਂ ਉਹ ਤੋਂ ਕੁਛ ਲੈ ਮਰਾਂਗੇ, ਨਹੀਂ ਉਹਨੇ ਟੇਢੀ ਉਂਗਲੀ ਕਰ ਲੈਣੀ ਆ, ਸਾਨੂੰ ਸਿੱਧਾ ਕਰ ਲੈਣਾ। ਹਾਲੇਲੂਇਆ। ਫਿਰ ਵੀ ਸਿੱਧੇ ਹੋਵਾਂਗੇ, ਜੇ ਸਿੱਧੇ ਚੱਲ ਕੇ ਚੱਲਾਂਗੇ ਤਾਂ ਸਿੱਧੇ ਰਹਾਂਗੇ, ਫਿਰ ਸਭ ਕੁਝ ਲੈ ਜਾਾਂਗੇ। ਜੇ ਨਹੀਂ ਹੋਵਾਂਗੇ ਤਾਂ ਉਹਨੇ ਸਿੱਧੇ ਕਰ ਲੈਣਾ। ਉਹ ਜੇ ਮੇਰੇ ਵਰਗੇ ਟੇਢੇ ਮਨੁੱਖ ਨੂੰ ਸਿੱਧਾ ਕਰ ਸਕਦਾ, ਫਿਰ ਮੇਰੇ ਤੋਂ ਵੱਧ ਤੁਸੀਂ ਟੇਢੇ ਨਹੀਂ ਹੋ ਸਕਦੇ, ਮੈਨੂੰ ਪਤਾ, ਜਿੰਨੇ ਕਿ ਤੁਸੀਂ ਅੱਗੇ ਬੈਠੇ ਹੋ। ਹਾਲੇਲੂਇਆ। ਤਾੜੀ ਲਾਓ ਪਵਿੱਤਰ ਆਤਮਾ ਦੇ ਲਈ ਜ਼ੋਰਦਾਰ। ਇੱਕ ਵਚਨ ਪੜ੍ਹਦੇ ਬੇਟਾ, ਕਹਾਵਤਾਂ ਦੀ ਕਿਤਾਬ 16 ਦੀ 18 ਤੋਂ 20 ਹੈ। ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਹੁੰਦੀ ਹੈ। ਕਹਿੰਦਾ ਨਾਸ਼ ਹੋਣ ਤੋਂ ਪਹਿਲਾਂ ਹੰਕਾਰ ਆਉਂਦਾ ਬੰਦੇ ਵਿੱਚ, ਤੇ ਡਿੱਗਣ ਤੋਂ ਪਹਿਲਾਂ ਘਮੰਡ। ਇਹ ਨਿਸ਼ਾਨੀਆਂ ਨੇ ਬੰਦੇ ਦੀਆਂ। ਨਾਸ਼ ਹੋਣ ਤੋਂ ਪਹਿਲਾਂ ਕੀ ਆਂਦਾ? ਹੰਕਾਰ। ਜਿਹੜੇ ਬੰਦੇ ਨੇ ਨਾਸ਼ ਹੋਣਾ ਹੋਊਗਾ ਨਾ, ਉਹ ਹੰਕਾਰਿਆ ਫਿਰੂਗਾ, ਫਿਰ ਮੈਂ ਐ ਕਰ ਦੂੰ, ਮੈਂ ਐ ਕਰ ਦੂੰ। ਅਸੀਂ ਉਹਦੀ ਕਹਿ ਦਿੰਦੇ ਵੀ ਹੁਣ ਇਹਦੇ ਮਰਨ ਦਾ ਵੇਲਾ ਨੇੜੇ ਆ ਗਿਆ। ਸਭ ਜਾਣਦੇ ਨਾ, ਅਸੀਂ ਉਹਦੇ ਮੂੰਹ ਤੇ ਕਹਿ ਦਿੰਦੇ ਆ ਵੀ ਤੇਰੀ ਕਸੂਰ ਨਹੀਂ ਕੋਈ, ਉਹ ਹੁਣ ਤੇਰੇ ਮਰਨ ਦਾ ਵੇਲਾ ਕੀ ਆ ਗਿਆ।
ਬੋਲਦੇ ਹੋ ਕਿਹਨੂੰ ਕਿਹਨੂੰ ਪਤਾ ਹੈ? ਕਹਿੰਦੇ ਹੋ ਨਾ ਸਭ, ਜਾਣਦੇ ਨਾ ਸਭ। ਜਦੋਂ ਬੰਦੇ ਦੇ ਅੰਦਰ ਘਮੰਡ ਆ ਜੇ, ਹੰਕਾਰ ਆ ਜੇ, ਤਾਂ ਫਿਰ ਫੂ ਕਰਦਾ ਫਿਰਦਾ ਹੁੰਦਾ ਹੈ ਕਿ ਮੇਰੇ ਤੋਂ ਪੁੱਤ ਗਿਆਨੀ ਕੋਈ ਵੀ ਨਹੀਂ ਇੱਥੇ ਧਰਤੀ ਦੇ ਉੱਤੇ, ਬਸ ਜੋ ਮੈਂ ਫੈਸਲਾ ਲੈ ਲਿਆ ਉਹ ਸਹੀ ਹੈ। ਕਿਉਂ? ਕਿਉਂਕਿ ਉਹਨੇ ਨਾਸ਼ ਹੋਣਾ ਹੁੰਦਾ ਹੈ। ਉਹਦਾ ਟਾਈਮ ਆ ਚੁੱਕਿਆ ਹੈ ਕਿ ਪਰਮੇਸ਼ਰ ਨੂੰ ਨਾਸ਼ ਕਰੇਗਾ। ਦੁਆਰੇ ਪੜ੍ਹ ਦੇ ਬੇਟਾ ਵਚਨ ਹੈ, ਨਾਸ਼ ਤੋਂ ਪਹਿਲਾਂ ਹੰਕਾਰ, ਨਾਸ਼ ਤੋਂ ਪਹਿਲਾਂ ਹੰਕਾਰ ਆਉਂਦਾ ਹੈ ਅਤੇ ਡਿੱਗਣ ਤੋਂ ਪਹਿਲਾਂ ਕਮੰਡੀ ਰੂਹ ਹੁੰਦੀ ਹੈ। ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਹੁੰਦੀ ਹੈ। ਹੁਣ ਤੁਸੀਂ ਦੇਖਿਆ ਹੋਣਾ ਰਾਜੇ ਭਿਖਾਰੀ ਬਣਦੇ ਦੇਖੇ ਹੋਣੇ। ਕਿਉਂ? ਕਿਉਂਕਿ ਉਹ ਘਮੰਡੀ ਬਣ ਜਾਂਦੇ ਨੇ ਕਿ ਮੇਰੇ ਕੋਲ ਦੌਲਤ ਸ਼ੌਹਰਤ ਬਹੁਤ ਹੈ, ਮੇਰੇ ਤਾਂ ਪੁੱਤ ਪੋਤੇ ਵੀ ਖਾਈ ਜਾਣ ਤਾਂ ਵੀ ਨਹੀਂ ਮੁੱਕਦੀ। ਜੇ ਇੱਕ ਦਿਲ ਦੀ ਹਾਰਟ ਦੀ ਪ੍ਰੋਬਲਮ ਹੋ ਜੇ ਉਹ ਸਾਰਾ ਧਨ ਲੈ ਜਾਂਦੀ ਹੈ। ਕਿਡਨੀਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ, ਚਾਹੇ ਤੇਰੇ ਕੋਲ ਕਰੋੜਾਂ ਰੁਪਇਆ ਪਿਆ, ਉਹ ਮਿੰਟਾਂ ਸਕਿੰਟਾਂ ਦੇ ਡਾਕਟਰਾਂ ਦੇ ਕੋਲ ਜਾਓ। ਤੈਨੂੰ ਕੀ ਨਿੱਘਿਆ ਦੱਸ ਉਸ ਪੈਸੇ ਦਾ? ਕਰਾਂਗੇ ਕੀ ਅਸੀਂ ਉਸ ਧਨ ਦਾ ਜੇ ਸਾਨੂੰ ਉਹ ਖਾਣਾ ਨਾ ਮਿਲਿਆ? ਹੁਣ ਖਾਵਾਂਗੇ ਕਿੱਦਾਂ? ਉਹਦਾ ਆਨੰਦ ਕਿਵੇਂ ਲਵਾਂਗੇ? ਜੋ ਸਾਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ ਉਹਦਾ ਆਨੰਦ ਕਿਵੇਂ ਲਵਾਂਗੇ? ਧੀਰਜ ਦੇ ਨਾਲ ਤੇ ਦਿਆਲਗੀ ਦੇ ਨਾਲ ਤੇ ਸੰਜਮ ਦੇ ਨਾਲ ਪਰਮੇਸ਼ਰ ਵਿੱਚ ਚੱਲਦੇ ਜਾਈਏ, ਫਿਰ ਸਾਰੀਆਂ ਚੀਜ਼ਾਂ ਦਾ ਆਨੰਦ ਲੈਂਦੇ ਜਾਈਏ। ਹਾਲੇਲੂਇਆ, ਹਾਲੇਲੂਇਆ। ਅੱਗੇ ਪੜ੍ਹ ਦਿਓ ਬੇਟਾ। ਕਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਜਾ ਹੋ ਕੇ ਰਹਿਣਾ ਚੰਗਾ ਹੈ। ਕਹਿੰਦਾ ਘਮੰਡੀਆਂ ਦੇ ਨਾਲੋਂ, ਜਿਹੜੇ ਲੁੱਟਦੇ ਨੇ, ਉਹਨਾਂ ਦੇ ਨਾਲ ਰਹਿਣ ਦੇ ਨਾਲੋਂ ਚੰਗਾ ਹੈ ਕਿ ਮੈਂ ਕਿਸੇ ਗਰੀਬ ਦੇ ਨਾਲ ਰਹਿ ਜਾਵਾਂ ਤੇ ਇੱਕ ਦਿਨ ਅਮੀਰ ਬਣ ਜਾਵਾਂਗਾ। ਹਾਲੇਲੂਇਆ। ਕਿਹਦੇ ਨਾਲ ਰਹਿ ਜਾਵਾਂ? ਲਾਸਟ ਵਚਨ ਪੜ੍ਹਦੇ ਬੇਟਾ, ਜਦੋਂ ਯਾਕੂਬ ਦੀ ਕਿਤਾਬ ਉਹਦੀ 4:6 ਐਤ ਪੜ੍ਹਦੇ। ਪਰ ਉਹ ਹੋਰ ਵੀ ਕਿਰਪਾ ਕਰਦਾ ਹੈ। ਪਰਮੇਸ਼ਰ ਕੀ ਕਹਿੰਦਾ? ਉਹ ਹੋਰ ਵੀ ਕਿਰਪਾ ਕਰਦਾ। ਕਿਹਨਾਂ ਤੇ ਕਰਦਾ ਹੈ? ਇਸ ਕਾਰਨ ਉਹ ਕਹਿੰਦਾ ਹੈ, ਹਾਂ ਭਾਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਹਾਂ, ਪਰ ਹਲੀਮਾ ਉੱਤੇ ਕਿਰਪਾ ਕਰਦਾ ਹੈ। ਕਿਹਨਾਂ ਉੱਤੇ ਕਿਰਪਾ ਕਰਦਾ ਹੈ? ਹਲੀਮਾ। ਬੋਲੋ ਬੋਲੋ, ਕਿਹਨਾਂ ਉੱਤੇ? ਆਪਣੇ ਛਾਤੀ ਤੇ ਹੱਥ ਰੱਖੋ। ਸਾਰੇ ਜਣੇ ਰੱਖੋ ਆਪਣੀ ਛਾਤੀ ਤੇ ਹੱਥ। ਬੋਲੋ ਕਿ ਪਿਤਾ ਪਰਮੇਸ਼ਵਰ ਜੀ, ਮੈਂ ਅੱਜ ਵਾਅਦਾ ਕਰਦਾ ਹਾਂ ਇਸ ਜ਼ੁਬਾਨ ਦੇ ਦੁਆਰਾ ਕਿਸੇ ਨੂੰ ਵੀ ਉਹ ਲਫ਼ਜ਼ ਨਹੀਂ ਬੋਲਾਂਗਾ ਜਿਹੜੇ ਲੋਕਾਂ ਨੂੰ ਕੌੜੇ ਲੱਗਦੇ ਨੇ। ਅੱਜ ਮੈਂ ਹਲੀਮ ਹੋਣਾ ਚਾਹੁੰਦਾ ਹਾਂ। ਤੇਰਾ ਆਤਮਾ ਆਏ, ਮੈਨੂੰ ਹਲੀਮ ਕਰ ਦੇਵੇ, ਮੈਂ ਉਹਦਾ ਦਾ ਹੋ ਜਾਵਾਂ ਜਿੱਦਾਂ ਦਾ ਤੁਹਾਨੂੰ ਪਸੰਦ ਹਾਂ। ਮੇਰੇ ਪਰਮੇਸ਼ਵਰ, ਮੇਰੀ ਆਵਾਜ਼ ਨੂੰ ਸੁਣੋ ਯਿਸੂ ਦੇ ਨਾਮ, ਆਮੀਨ। ਹੁਣ ਇੱਕ ਦੂਜੇ ਵੱਲ ਮੂੰਹ ਕਰਕੇ ਕਹੋ ਕਿ ਤੈਨੂੰ ਰੱਬ ਨੇ ਪਸੰਦ ਕੀਤਾ ਤਾਂ ਕਿਉਂਕਿ ਤੂੰ ਹਲੀਮ ਹੋ ਗਿਆ। ਇੱਕ ਦੂਜੇ ਵੱਲ ਕਹੋ, ਤੈਨੂੰ ਰੱਬ ਨੇ ਪਸੰਦ ਕੀਤਾ ਕਿਉਂਕਿ ਤੂੰ ਹਲੀਮ ਹੋ ਗਿਆ। ਜਦੋਂ ਤੁਸੀਂ ਇੱਕ ਦੂਜੇ ਨੂੰ ਬੋਲਦੇ ਹੋ ਤਾਂ ਪਰਮੇਸ਼ਰ ਕਹਿੰਦਾ, ਦੇਖੋ ਮੈਂ ਤੁਹਾਡੇ ਵਿਚਕਾਰ ਹਾਂ। ਕਿੱਥੇ? ਮੈਂ ਤੁਹਾਡੇ। ਮੇਰੇ ਪਿਆਰਿਓ, ਰੇਤਗੜ੍ਹ ਚਰਚ ਦੀ ਸੰਗਤ ਧੋਖੇ ਵਾਲੀ ਸੰਗਤ ਨਹੀਂ ਬਣਾਉਣੀ, ਵਫਾਦਾਰ ਤੇ ਪੜ੍ਹੀ ਲਿਖੀ ਤੇ ਉੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਲੀ ਸੰਗਤ ਬਣਾਉਣੀ ਹੈ। ਹਾਲੇਲੂਇਆ। ਜਿਹਨੂੰ ਖੁਦ ਲੋਕ ਕਹਿਣ ਕਿ ਹਾਂਜੀ ਇੰਨਾ ਗਿਆਨ ਜਿੱਦੇ ਮੈਂ ਦੇਖਿਆ ਤਾਂ ਉਹ ਰੇਤਗੜ੍ਹ ਚਰਚ ਦੀ ਸੰਗਤ ਹੀ ਹੋਣੀ ਹੈ। ਜਿਹੜੇ ਇੰਨੇ ਹਲੀਮ ਲੋਕ ਦੇਖੇ ਨੇ ਉਹ ਰੇਤਗੜ੍ਹ ਚਰਚ ਦੇ ਹੋਣੇ ਆ। ਜਿੱਦੇ ਵੇ ਆਫ ਫੇਥ ਚਰਚ ਦਾ ਨਾਮ ਰੱਖਿਆ ਗਿਆ ਸੀ ਤਾਂ ਮੈਨੂੰ ਰਾਤ ਕਿਸੇ ਲੀਡਰ ਨੇ ਨਾਮ ਪੁੱਛਿਆ, ਕਹਿੰਦਾ ਤੁਹਾਡੀ ਚਰਚ ਦਾ ਨਾਮ ਕੀ ਹੈ? ਮੈਂ ਕਿਹਾ ਜੀ ਵੇ ਆਫ ਫੇਥ ਮਿਨਿਸਟਰੀ। ਕਹਿੰਦਾ ਬੜਾ ਔਖਾ ਜਿਹਾ ਨਾਮ ਹੈ। ਮੈਂ ਕਿਹਾ ਜੀ ਇਹ ਨਾਮ ਨੂੰ ਲੈਣ ਲਈ ਮੈਨੇ 40 ਦਿਨ ਤੇ 40 ਰਾਤ ਪ੍ਰਾਰਥਨਾ ਕੀਤੀ ਹੈ, ਵਰਤ ਪ੍ਰਾਰਥਨਾ। ਕਹਿੰਦਾ ਕਿਉਂ? ਮੈਂ ਕਿਹਾ ਜਦੋਂ ਮੈਂ ਭੁੱਖਾ ਸੀ ਮੈਂ ਰੱਬ ਨੂੰ ਕਹਿੰਦਾ ਸੀ, ਪ੍ਰਭੂ ਨੂੰ ਉਹ ਨਾਮ ਦੇਈ ਜਿਹੜਾ ਤੇਰੇ ਵਾਂਗੂ ਪਵਿੱਤਰ ਹੋਵੇ। ਫਿਰ ਪਰਮੇਸ਼ਰ ਨੇ ਕਿਹਾ ਸੀ ਵੇ ਆਫ ਫੇਥ ਚਰਚ, ਵੇ ਆਫ ਫੇਥ ਮਿਨਿਸਟਰੀ। ਸੋ ਇੱਥੇ ਜਿਹੜੇ ਵੀ ਆਣਗੇ ਉਹਨਾਂ ਨੂੰ ਸਚਾਈ ਝਲਕਾਂ ਦੇਖ ਕੇ ਮਿਲੂਗੀ। ਹਾਲੇਲੂਇਆ। ਉਹ ਸਚਾਈ ਦੇ ਹੀ ਚੱਲਣਗੇ, ਉਹ ਦਿਖਾਵੇ ਕਰਨ ਵਾਲੇ ਨਹੀਂ ਹੋਣਗੇ, ਉਹ ਘਮੰਡੀ ਨਹੀਂ ਹੋਣਗੇ, ਉਹ ਹੰਕਾਰੀ ਨਹੀਂ ਹੋਣਗੇ। ਉਹ ਯਿਸੂ ਨੂੰ ਜਾਣਨ ਵਾਲੇ ਤੇ ਉਹਨੂੰ ਪਹਿਚਾਨਣ ਵਾਲੇ ਹੋਣਗੇ। ਹਾਲੇਲੂਇਆ। ਹੁਣ ਪਰਮੇਸ਼ਰ ਕਿਹਨਾਂ ਨੂੰ ਪਿਆਰ ਕਰਦਾ ਹੈ? ਬੋਲੋ।
ਜਿਹੜੇ ਘਮੰਡੀ ਨਹੀਂ ਹੁੰਦੇ, ਜਿਹੜੇ ਹੰਕਾਰੀ ਨਹੀਂ ਹੁੰਦੇ, ਜਿਹੜੇ ਹਲੀਮ ਹੁੰਦੇ ਨੇ। ਆ ਲਾਸਟ ਵਚਨ ਪੜ੍ਹਦੇ ਬੇਟਾ। ਪਰ ਉਹ ਹੋਰ ਵੀ ਕਿਰਪਾ ਕਰਦਾ ਹੈ। ਉਹ ਹੋਰ ਵੀ ਕਿਰਪਾ ਕਰਦਾ। ਤੁਸੀਂ ਕਰਵਾਉਣਾ ਚਾਹੁੰਦੇ ਹੁਣ ਕਿਰਪਾ ਉਹ ਤੋਂ ਹੋਰ ਵੀ? ਕੌਣ ਕੌਣ ਕਰਾਉਣਾ ਚਾਹੁੰਦਾ? ਮੈਨੂੰ ਹੋਰ ਕਿਰਪਾ ਚਾਹੀਦੀ ਹੈ ਪ੍ਰਭੂ। ਪ੍ਰਭੂ ਇੰਨੀ ਕੋਈ ਬਰਕਤ ਨਹੀਂ ਚਾਹੀਦੀ, ਮੈਨੂੰ ਵੱਡੀ ਬਰਕਤ ਚਾਹੀਦੀ ਹੈ, ਮੈਨੂੰ ਹੋਰ ਵੀ ਚਾਹੀਦੀ ਆ ਕੁਝ। ਚਾਹੁੰਦੇ ਹੋ ਨਾ ਸਾਰੇ? ਯੈਸ। ਹਾਂ, ਉਹ ਫਿਰ ਹੋਰ ਕਿੰਨਾ ਉੱਤੇ ਕਰਦਾ, ਹੋਰ ਵੀ ਕਿਰਪਾ ਕਿੰਨਾ ਉੱਤੇ। ਇੱਕ ਤੇ ਕਿਰਪਾ ਕਰਦਾ, ਇੱਕ ਤੇ ਹੋਰ ਵੀ ਜ਼ਿਆਦਾ ਕਿਰਪਾ ਕਰਦਾ। ਤੁਹਾਨੂੰ ਕੀ ਚਾਹੀਦਾ? ਬੋਲੋ। ਕਿਰਪਾ ਚਾਹੀਦੀ ਹੈ ਜਾਂ ਹੋਰ ਵੀ ਕਿਰਪਾ ਚਾਹੀਦੀ ਹੈ? ਹੋਰ ਵੀ ਕਿਰਪਾ। ਹੋਰ ਵੀ ਚਾਹੀਦੀ ਹੈ। ਤਾਂ ਫਿਰ ਸੁਣੋ ਬਚਨ ਕੀ ਕਹਿੰਦਾ। ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਉਹਨਾਂ ਲੋਕਾਂ ਉੱਤੇ ਹੋਰ ਵੀ ਕਿਰਪਾ ਕਰਦਾ ਹੈ। ਇਸ ਕਾਰਨੋਂ ਕਹਿੰਦਾ ਹੈ। ਹਾਂ, ਉਹ ਕਹਿ ਰਿਹਾ ਹੈ ਭਾਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ। ਉਹ ਕਹਿੰਦਾ ਹੁਣ ਦੋ ਤਰ੍ਹਾਂ ਦੇ ਲੋਕ ਨੇ ਇੱਥੇ, ਇੱਕ ਹੰਕਾਰੀ ਤੇ ਇੱਕ ਹਲੀਮ। ਕੀ ਨੇ? ਇੱਕ ਹੰਕਾਰੀ ਤੇ ਇੱਕ ਹੰਕਾਰੀ ਤੇ ਇੱਕ ਹਲੀਮ। ਹੁਣ ਜਿਹੜੇ ਹੰਕਾਰੀ ਨੇ ਉਹਨਾਂ ਦਾ ਸਾਹਮਣਾ ਪਰਮੇਸ਼ਰ ਕਰਦਾ ਵੀ ਲੈ ਤੂੰ ਭੱਜ ਲੈ ਜਿੱਥੇ ਭੱਜਣਾ, ਤੈਨੂੰ ਭੱਜਣ ਮੈਂ ਨਹੀਂ ਦਿੰਦਾ। ਹੁਣ ਜਿਹੜਾ ਹਲੀਮ ਹੋ ਕੇ ਕਹਿੰਦਾ ਪ੍ਰਭੂ ਤੇਰੀ ਮਰਜ਼ੀ ਹੈ ਤੇ ਮੇਰੀ ਜੀਵਨ ਦੇ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ। ਪਰਮੇਸ਼ਰ ਕਹਿੰਦਾ ਲੈ ਤੈਨੇ ਮੈਨੂੰ ਅੱਗੇ ਰੱਖਿਆ, ਹੁਣ ਤੂੰ ਪਿੱਛੇ ਪਿੱਛੇ ਆਈ ਚੱਲ, ਤੇਰੇ ਕੰਮ ਨੂੰ ਮੈਂ ਕਰਦਾ। ਹਾਲੇਲੂਇਆ, ਹਾਲੇਲੂਇਆ। ਫਿਰ ਉਹਨਾਂ ਦੇ ਕੰਮ ਸੰਸਾਰ ਤੋਂ ਵੀ ਅੱਗੇ ਨਿਕਲ ਜਾਂਦੇ ਨੇ। ਫਿਰ ਲੋਕ ਕਹਿੰਦੇ ਨੇ ਯਾਰ ਇਹ ਕੱਲ ਇਹਦੇ ਕੋਲ ਕੁਝ ਵੀ ਨਹੀਂ ਸੀ, ਅੱਜ ਇਹ ਕਮਾਲ ਆ ਯਾਰ, ਪਰਮੇਸ਼ਰ ਨੇ ਇੰਨਾ ਵਧਾਤਾ। ਕਿਉਂ? ਕਿਉਂਕਿ ਉਹਨੇ ਹਲੀਮ ਬਣ ਕੇ ਰਿਹਾ, ਤਾਂ ਉਹ ਤੇ ਹੋਰ ਵੀ ਜ਼ਿਆਦਾ ਕਿਰਪਾ ਆਈ। ਜੇ ਉਹ ਹਲੀਮ ਸੀ ਤਾਂ ਉਹ ਤੇ ਹੋਰ ਵੀ ਕਿਰਪਾ ਆਈ। ਜੇਕਰ ਉਹ ਹੰਕਾਰੀ ਹੁੰਦਾ ਤਾਂ ਪਰਮੇਸ਼ਰ ਨੂੰ ਕਦੇ ਵੀ ਖੜਾ ਨਾ ਕਰਦਾ, ਉਹਦਾ ਟਾਕਰਾ ਕਰਦਾ ਰਹਿੰਦਾ ਪਰਮੇਸ਼ਰ। ਉਦੋਂ ਤੱਕ ਜਦੋਂ ਤੱਕ ਉਹ ਹਲੀਮ ਨਹੀਂ ਬਣ ਜਾਂਦਾ, ਉਦੋਂ ਤੱਕ ਕੀ ਬਣਨਾ ਪਸੰਦ ਕਰਦੇ? ਹਾਲੇਲੂਇਆ। ਕੀ ਬਣਨਾ? ਅੱਜ ਹਲੀਮੇ ਬਣ ਕੇ ਚੱਲਣਾ। ਕਿਸੇ ਨੂੰ ਫਾਲਤੂ ਨਹੀਂ ਬੋਲਣਾ ਤੁਸੀਂ। ਭਾਵੇਂ ਤੁਹਾਨੂੰ ਕੋਈ ਗਾਲ ਕੱਢਦਾ, ਭਾਵੇਂ ਤੁਹਾਡੇ ਨਾਲ ਕੋਈ ਗੁੱਸੇ ਹੁੰਦਾ, ਗਿੱਲੇ ਹੁੰਦਾ, ਉਹਦੇ ਨਾਲ ਪਿਆਰ ਨਾਲ ਪੇਸ਼ ਆਉਣਾ। ਹਾਲੇਲੂਇਆ। ਕੀ ਤੁਸੀਂ ਐਗਰੀ ਹੋ ਬਚਨ ਦੇ ਨਾਲ? ਕਿਤੇ ਇਹ ਨਾ ਹੋਵੇ ਅਗਲੇ ਨੇ ਤੁਹਾਡੇ ਕੋਲ ਅੱਖਾਂ ਹੀ ਕੱਢੀਆਂ ਹੋਣ ਤੇ ਤੁਸੀਂ ਉਹਦੇ 5-4 ਛੱਡੇ ਹੋਣ। ਫਿਰ ਪਰਮੇਸ਼ਰ ਨਹੀਂ ਕੰਮ ਕਰਨਾ, ਕਿਉਂਕਿ ਤੁਸੀਂ ਜੋ ਪਰਮੇਸ਼ਰ ਨੇ ਬਦਲਾ ਲੈਣਾ ਸੀ ਤੁਸੀਂ ਆਪੇ ਲੈ ਲਿਆ। ਜੋ ਪਰਮੇਸ਼ਰ ਨੇ ਕੰਮ ਕਰਨਾ ਸੀ ਉਹ ਅਸੀਂ ਆਪੇ ਕਰ ਦਿੱਤਾ। ਸਮਝ ਰਹੇ ਹੋ ਮੇਰੀ ਗੱਲ? ਇਸ ਕਰਕੇ ਪਰਮੇਸ਼ਰ ਹਲੀਮਾਂ ਨੂੰ ਪਿਆਰ ਕਰਦਾ। ਆਓ ਆਪਣੇ ਪੈਰਾਂ ਤੇ ਅਸੀਂ ਖੜੇ ਹੋ ਜਾਈਏ ਤੇ ਤੁਹਾਡੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ। ਜਿਨੇ ਵੀ ਸਾਨੂੰ ਆਨਲਾਈਨ ਦੇਖ ਰਹੇ ਨੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਇਹ ਵਚਨ ਗਿਆ, ਆਓ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਪਿਤਾ ਪਰਮੇਸ਼ਰ ਜੀ, ਮੈਂ ਦੁਆ ਪ੍ਰਾਰਥਨਾ ਕਰਨਾ ਇੱਕ ਜਨ ਦੇ ਲਈ ਜਿੱਥੇ ਜਿੱਥੇ ਵੀ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਤੇਰਾ ਵਚਨ ਪਹੁੰਚ ਚੁੱਕਿਆ ਪ੍ਰਭੂ, ਸੋਸ਼ਲ ਮੀਡੀਆ ਦੇ ਦੁਆਰਾ ਅਸੀਂ ਪ੍ਰਾਰਥਨਾ ਕਰਦੇ ਉਹਨਾਂ ਦੇ ਜੀਵਨ ਹਲੀਮੀ ਵਾਲੇ ਹੋ ਜਾਣ ਪ੍ਰਭੂ, ਧੀਰਜ ਵਾਲੇ ਹੋ ਜਾਣ ਪ੍ਰਭੂ। ਕੋਈ ਵੀ ਸ਼ੈਤਾਨ ਦੀ ਤਾਕਤ ਉਹਨਾਂ ਦੇ ਵਿੱਚ ਗੁੱਸੇ ਵਾਲੀ ਗੰਦੀ ਸਪਿਰਿਟ ਨੂੰ ਕੰਮ ਨਾ ਕਰਨ ਦੇਵੇ ਪ੍ਰਭੂ। ਮੇਰੇ ਪ੍ਰਭੂ ਖਤਮ ਹੋ ਜਾਵੇ ਹਮੇਸ਼ਾ ਲਈ। ਜੋ ਸ਼ੈਤਾਨ ਦੇ ਵੱਲੋਂ ਗੁੱਸਾ ਆਉਂਦਾ ਪ੍ਰਭੂ ਜੀ ਉਹ ਖਤਮ ਹੋ ਜਾਵੇ। ਅੱਜ ਪ੍ਰਭੂ ਹਲੀਮੀ ਵਾਲਾ ਆਤਮਾ ਸੁਣਨ ਵਾਲਿਆਂ ਦੇ ਉੱਤੇ ਉਤਰਿਆ ਆਵੇ ਔਰ ਉਹਨਾਂ ਦੇ ਜੀਵਨ ਬਦਲਦਾ। ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਦੁਆ ਮੰਗਦੇ ਹਾਂ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ, ਆਮੀਨ। ਗੋਡ ਬlesਸ ਯੂ। ਗੋਡ ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਹਰ ਸਮੇਂ ਪਰਮੇਸ਼ਵਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਦਸਵੰਧ ਆਫਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ। ਸਤਸੰਗ ਦਾ ਸਮਾਂ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ, ਜਿੱਥੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈਮਸੀ।